इंडिया KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮਸ KRPA 1110 AM ਤੇ ਸੁਣੇ ਜਾ ਸਕਦੇ ਨੇ। ਸਟੂਡੀਓ ਦਾ ਨੰਬਰ ਹੈ 6045929191 6045929191। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ, ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ। ਅੱਜ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਹੈਲਥ ਪ੍ਰੋਫੈਸ਼ਨਲਸ ਦੇ ਨਾਲ। ਇੱਕ ਕਾਰਟੂਨਿਸਟ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਕਾਰਟੂਨ ਦੇ ਰਾਹੀਂ, ਜਿਸ ਤਰ੍ਹਾਂ ਕੁੱਜੇ 'ਚ ਸਮੁੰਦਰ ਬੰਦ ਹੁੰਦਾ ਨਾ, ਉਹਨੇ ਇੱਕ ਕਾਰਟੂਨ ਦੇ ਰਾਹੀਂ ਡਾਕਟਰਸ ਦੀਆਂ ਸਮੱਸਿਆਵਾਂ ਨੂੰ ਦਿਖਾਇਆ। ਇਸ ਬਾਰੇ ਦੱਸੋ। ਵਾਕਿਆ ਹੀ ਜਿੱਦਾਂ ਕਹਿੰਦੇ ਨੇ, ਇੱਕ ਬਿਆਨ ਦੇ ਵਿੱਚ ਸਾਰਾ ਪਹਾੜ ਨਜ਼ਰ ਆਉਂਦਾ। ਉਹ ਪਹਿਲਾ ਕੈਪਸ਼ਨ ਹੈ ਕੈਨੇਡੀਅਨ ਡਾਕਟਰਸ ਬਾਰੇ ਆ, ਤੇ ਉਹਦੇ ਵਿੱਚ ਇੱਕ ਡਾਕਟਰ ਖੜਾ ਹੈ ਤੇ ਨਾਲ ਉਹਦਾ ਪੇਸ਼ੈਂਟ ਖੜਾ ਹੈ, ਬੈਠਾ ਹੈ, ਤੇ ਉੱਥੇ ਸਟੇਟਮੈਂਟ ਲਿਖੀ ਹੋਈ ਕਿ ਮੈਂ ਓਵਰਵਰਕਡ ਹਾਂ, ਜ਼ਿਆਦਾ ਕੰਮ ਹੈ, ਸਟ੍ਰੈਸ ਜ਼ਿਆਦਾ ਹੈ, ਡਿਪਰੈਸ਼ਨ ਜ਼ਿਆਦਾ ਹੈ। ਬੰਦਾ ਸੋਚਦਾ ਵੀ ਸ਼ਾਇਦ ਪੇਸ਼ੈਂਟ ਗੱਲ ਕਰ ਰਿਹਾ। ਦੂਸਰੇ ਕੈਪਸ਼ਨ ਦੇ ਵਿੱਚ ਉਹ ਐਕਚੁਅਲੀ ਡਾਕਟਰ ਕਹਿ ਰਿਹਾ। ਹਾਂਜੀ। ਉਹ ਕਹਿੰਦਾ ਵੀ ਚੱਲ ਮੇਰੀਆਂ ਸਮੱਸਿਆਵਾਂ ਤਾਂ ਹੋ ਗਈਆਂ ਖਤਮ, ਤੂੰ ਦੱਸ ਤੈਨੂੰ ਕੀ ਪ੍ਰੋਬਲਮ ਹੈ। ਹਾਂਜੀ। ਇਹਦੇ ਵਿੱਚ ਕਈ ਗੱਲਾਂ, ਕਈ ਸਮੱਸਿਆਵਾਂ ਜਿਹੜੀਆਂ ਡਾਕਟਰਸ ਨਾਲ ਰਿਲੇਟਡ ਆ, ਮੈਡੀਕਲ ਫੀਲਡ ਦੇ ਨਾਲ ਰਿਲੇਟਡ ਹੈ, ਉਹ ਹਾਈਲਾਈਟ ਕੀਤੀਆਂ ਗਈਆਂ ਸੀ। ਪਹਿਲੀ ਇਹ ਆ ਕਿ ਜੇ ਕੈਨੇਡਾ ਦੇ ਵਿੱਚ ਪ੍ਰੋਫੈਸ਼ਨਲਸ ਦੇਖਦੇ ਆ ਤੁਸੀਂ, ਸਭ ਤੋਂ ਵੱਧ ਆਤਮ ਹੱਤਿਆ ਡਾਕਟਰ ਕਰਦੇ। ਇਹ ਦੂਰੋਂ ਚੰਗਾ ਲੱਗਦਾ ਵੀ ਟੂਟੀਆਂ ਪਾਈ ਫਿਰਦੇ ਕੰਨਾਂ 'ਚ ਤੇ ਟਾਈਆਂ ਲਾ ਕੇ ਤੁਰੇ ਫਿਰਦੇ ਇੱਧਰ ਨੂੰ ਉੱਧਰ ਨੂੰ। ਬੜਾ ਸਟ੍ਰੈਸ ਹੈ ਇਹਨਾਂ ਦੇ ਕੰਮ ਦੇ ਵਿੱਚ, ਬੜਾ ਓਵਰਵਰਕ ਆ। ਹਾਂਜੀ। ਬਹੁਤੇ ਇਹ ਵੀ ਆ ਕਿ ਉਹਨਾਂ ਨੇ ਐਮਰਜੈਂਸੀ ਦੇ ਵਿੱਚ ਨੰਬਰ ਵੀ ਦਿੱਤਾ ਹੁੰਦਾ, ਪਤਾ ਨਹੀਂ ਸੌਣਾ ਕਿ ਨਹੀਂ ਸੌਣਾ, ਉਹਨਾਂ ਨੂੰ ਫੋਨ ਕਾਲ ਆ ਜਾਂਦੀ ਹੈ। ਹਾਂਜੀ। ਕਿ ਤੁਹਾਨੂੰ ਇੱਥੇ ਆਉਣਾ ਪੈਣਾ। ਤੇ ਇਸ ਕਰਕੇ ਪਹਿਲੇ ਨੰਬਰ ਤੇ ਜਿਹੜਾ ਪ੍ਰੋਫੈਸ਼ਨ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਸਟ੍ਰੈਸ ਹੈ, ਉਹ ਹੈਗੇ ਡਾਕਟਰਸ। ਉਹ ਸਾਨੂੰ ਜ਼ਰੂਰ ਕਹਿੰਦੇ ਕਿ ਤੁਸੀਂ ਸਟ੍ਰੈਸ ਆ ਗਈ ਆ। ਮੇਰਾ ਡਾਕਟਰ ਹਮੇਸ਼ਾ ਮੈਨੂੰ ਕਹਿੰਦਾ ਹੁੰਦਾ, ਜਾ ਇੱਕ ਹਫ਼ਤਾ ਲਾ ਕੇ ਆ ਕਿਤੇ। ਉਹ ਆਪ ਨਹੀਂ ਜਾਂਦਾ ਕਦੇ, ਉਹਨਾਂ ਕੋਲੇ ਟਾਈਮ ਨਹੀਂ ਹੁੰਦਾ, ਉਹਦੇ ਕੋਲ ਕੋਈ ਟਾਈਮ ਨਹੀਂ। ਮੈਨੂੰ ਜ਼ਰੂਰ ਕਹਿੰਦਾ ਰਹਿੰਦਾ ਕਿ ਤੂੰ ਕਿਸੇ ਆਈਲੈਂਡ ਤੇ ਜਾ ਕੇ ਆ, ਫਲਾਣੇ ਥਾਂ ਛੁੱਟੀਆਂ ਕਰਕੇ ਆ, ਤੇਰੀ ਸਟ੍ਰੈਸ ਘੱਟ ਹੋਵੇ। ਅੱਛਾ, ਦੂਸਰੀ ਗੱਲ, ਸਾਡੇ ਇਹਦੇ ਵਿੱਚ ਕੈਨੇਡਾ ਇੱਕ ਇਹੋ ਜਿਹਾ ਮੁਲਕ ਹੈ, G7 ਹੈ ਕੰਟਰੀ, ਜਿਹਦੇ ਵਿੱਚ ਅਸੀਂ ਦੂਸਰਿਆਂ ਨੂੰ ਏਡ ਦਿੰਦੇ ਹਾਂ, ਦੂਸਰਿਆਂ ਨੂੰ ਵੈਪਨ ਦਿੰਦੇ ਹਾਂ। ਆਪਣੇ ਲਈ ਡਾਕਟਰਸ ਟ੍ਰੇਨ ਨਹੀਂ ਕਰ ਸਕਦੇ ਅਸੀਂ। ਬਹੁਤ ਘੱਟ ਸੀਟਾਂ ਨੇ ਯੂਨੀਵਰਸਿਟੀ ਦੇ ਵਿੱਚ। ਇੱਥੇ BC ਦੇ ਵਿੱਚ ਸਿਰਫ ਇੱਕ ਯੂਨੀਵਰਸਿਟੀ ਹੈ ਜਿਹੜੀ ਮੈਡੀਕਲ ਸਕੂਲ ਹੈ, ਜਿਹਦੇ ਵਿੱਚ, ਤੇ ਇੱਥੋਂ ਸਾਡੇ ਬੱਚੇ ਜਿਹੜੇ ਆ ਉਹਨਾਂ ਦੇ ਬੜੇ ਹਾਈ ਮਾਰਕਸ ਲੈਂਦੇ ਆ, ਪਰ ਉਹਨਾਂ ਨੂੰ ਐਡਮਿਸ਼ਨ ਨਹੀਂ ਮਿਲਦਾ, ਸੀਟਾਂ ਹੀ ਹੈ ਨਹੀਂ ਸਾਡੇ ਕੋਲ। ਜੀ। ਤੁਸੀਂ ਇੱਥੋਂ ਆਮ ਬੰਦਿਆਂ ਦੇ ਸੁਣਦੇ ਆ ਕਿ ਸਾਡਾ ਬੱਚਾ ਕੈਰੀਬੀਅਨ ਨੂੰ ਗਿਆ ਆ, ਸਾਡਾ ਬੱਚਾ ਆਇਰਲੈਂਡ ਨੂੰ ਗਿਆ ਆ, ਕਈ ਬੱਚੇ ਇੰਡੀਆ ਨੂੰ ਜਾਂਦੇ ਐਕਚੁਅਲੀ। ਹਾਂਜੀ। ਮਨੀਪੁਰ ਦੇ ਵਿੱਚ ਸਕੂਲ ਹੈ, ਮੈਡੀਕਲ ਸਕੂਲ। ਹੁਣ ਇਹ ਬੱਚੇ ਇੱਥੋਂ ਜਾ ਕੇ ਹਜ਼ਾਰਾਂ ਡਾਲਰ ਖਰਚਦੇ ਆ। ਜੇ ਇੱਥੇ ਰਹਿਣਗੇ ਤਾਂ ਸ਼ਾਇਦ ਲੋਨ ਮਿਲਦਾ ਰਹੇ, ਉਹਨਾਂ ਨੂੰ ਇੰਨੀ ਫੀਸ ਵੀ ਘੱਟ ਹੁੰਦੀ ਹੈ, ਪਰ ਜਦੋਂ ਬਾਹਰ ਭੇਜਦੇ ਆ ਤਾਂ ਬਹੁਤ ਜ਼ਿਆਦਾ ਖਰਚਾ ਹੁੰਦਾ। ਸੋ ਜਿਹੜੇ ਬੰਦੇ ਤਾਂ ਪੈਸੇ ਵਾਲੇ ਆ ਉਹ ਤਾਂ ਭੇਜ ਸਕਦੇ ਆ ਬੱਚਿਆਂ ਨੂੰ। ਹੁਣ ਇੱਕ ਬੱਚਾ 97% ਲੈਂਦਾ ਤੇ ਇੱਕ 96 ਲੈਂਦਾ, ਹੋ ਸਕਦਾ 97% ਐਵਰੇਜ ਵਾਲੇ ਨੂੰ ਐਡਮਿਸ਼ਨ ਮਿਲ ਜਾਵੇ, 96 ਵਾਲੇ ਨੂੰ ਨਾ ਮਿਲੇ। ਹੁਣ 97 ਚੋਂ 96 ਵਾਲਾ ਕੋਈ ਨਲਾਇਕ ਤਾਂ ਹੈ ਨਹੀਂ। ਹਾਂਜੀ। ਇਹ ਤਾਂ 1% ਦਾ ਫਰਕ ਹੈ ਨਾ। ਜੀ ਜੀ। ਕਈ ਤੁਸੀਂ ਦੇਖਦੇ ਆ ਸਟੂਡੈਂਟਸ, ਉਹਨਾਂ ਨੂੰ ਮਾਰਕਸ ਜ਼ਿਆਦਾ ਤਾਂ ਹੀ ਮਿਲੇ ਹੁੰਦੇ ਆ ਕਿ ਉਹ ਸਿਰ ਖਾਂਦੇ ਰਹਿੰਦੇ ਆ ਕੇ ਪ੍ਰੋਫੈਸਰ ਦਾ। ਉਹਨਾਂ ਨੂੰ ਉਹ ਸਿਰਦਰਦੀ ਕੰਮ ਕਰਨ ਲਈ ਨਾ ਬੰਦਾ ਕਹਿੰਦਾ ਚੱਲ ਤੈਨੂੰ B+ ਚਾਹੀਦੀ ਆ, ਤੈਨੂੰ ਇਹ ਦੇ ਦਿੰਦੇ ਆ। ਏਦਾਂ ਹੋ ਜਾਂਦਾ, ਏਦਾਂ ਹੁੰਦਾ ਇੱਥੇ ਬਹੁਤ ਵਾਰ। ਇਸ ਹੈਡੇਕ ਨੂੰ ਖਤਮ ਕਰਨ ਲਈ ਬੰਦਾ ਇੱਕ ਮਾਰਕ ਹਾਈ ਕਰ ਦਿੰਦਾ ਉਹਦਾ, ਵੀ ਇਹ ਰੌਲਾ ਪਾਊਗਾ, ਇਹਨੇ ਮੇਰੇ ਰੋਜ਼ ਆ ਕੇ ਦਫ਼ਤਰ 'ਚ ਖੜਾ ਰਿਹਾ ਕਰਨਾ। ਸੋ ਇਹ ਜ਼ਰੂਰੀ ਨਹੀਂ ਕਿ ਹੁਸ਼ਿਆਰ ਆ। ਸੋ ਜਿਹੜੇ ਬੰਦੇ ਬਾਹਰ ਨੂੰ ਜਾਂਦੇ ਆ, ਅੱਛਾ ਫੇਰ ਦੇਖੋ ਜਿਹੜੇ ਬਾਹਰ ਨੂੰ ਜਾਂਦੇ ਆ ਉਹਨਾਂ ਦਾ ਕੋਈ ਇੰਤਜ਼ਾਮ ਹੋਣਾ ਚਾਹੀਦਾ ਕਿ ਇੱਥੇ ਆਉਣ ਤਾਂ ਉਹਨਾਂ ਨੂੰ ਐਡਜਸਟ ਕੀਤਾ ਜਾਵੇ ਸਾਡੇ ਕੈਨੇਡਾ ਦੇ ਮੈਡੀਕਲ ਸਿਸਟਮ ਦੇ ਵਿੱਚ।
US ਦੇ ਜਿਹੜੇ ਹਸਪੀਟਲਸ ਆ, ਪ੍ਰਾਈਵੇਟ ਹਸਪੀਟਲ ਖਾਸ ਤੌਰ ਤੇ, ਉਹਨਾਂ ਦੇ ਲਿੰਕ ਹੈਗੇ ਇਹਨਾਂ ਮੈਡੀਕਲ ਕਾਲਜ ਦੇ ਨਾਲ। ਬਾਹਰ ਕੈਰੀਬੀਅਨ ਦੇ ਵਿੱਚ ਹੈਗੇ ਆ, ਆਇਰਲੈਂਡ ਦੇ ਵਿੱਚ ਹੈਗੇ ਆ, ਈਸਟਰਨ ਯੂਰਪ ਦੇ ਵਿੱਚ ਹੈਗੇ ਆ। ਉਹ ਵਾਪਸ ਆ ਕੇ ਰੈਜ਼ੀਡੈਂਸੀ ਉਹਨਾਂ ਵਿਦਿਆਰਥੀਆਂ ਨੂੰ ਦੇ ਦਿੰਦੇ ਨੇ। ਉਹ ਮੁੜ ਕੇ ਕਦੇ ਕੈਨੇਡਾ ਵਿੱਚ ਵਾਪਸ ਨਹੀਂ ਆਉਂਦੇ, ਕਿਉਂਕਿ US ਦੇ ਵਿੱਚ ਤਨਖਾਹ ਜ਼ਿਆਦਾ ਮਿਲਦੀ ਹੈ ਉਹਨਾਂ ਨੂੰ, ਤਾਂ ਉਹਨਾਂ ਦੇ ਰੈਜ਼ੀਡੈਂਸੀ ਉੱਥੇ ਕੀਤੀ ਹੁੰਦੀ ਉਹਨਾਂ ਨੇ। ਸੋ ਅਸੀਂ ਜਿਹੜੇ ਬੈਸਟ ਐਂਡ ਬ੍ਰਾਈਟੈਸਟ ਡਾਕਟਰਸ ਬਣਨੇ ਚਾਹੀਦੇ, ਇੱਥੇ ਹੋਣੇ ਚਾਹੀਦੇ ਆ। ਸੋ ਦੂਸਰੀ ਵੱਡੀ ਪ੍ਰੋਬਲਮ ਇੱਥੇ, ਇਹ ਮੇਰਾ ਖਿਆਲ ਸਾਰੇ ਦੇਸ਼ਾਂ ਦੇ ਵਿੱਚ ਆ, ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਡਾਕਟਰ ਮਿਲ ਜਾਂਦੇ ਆ। ਤੁਸੀਂ ਫੈਮਿਲੀ ਡਾਕਟਰ ਲੈਣਾ ਵੈਨਕੂਵਰ ਦੇ ਵਿੱਚ, ਮਿਲ ਜੂਗਾ ਤੁਹਾਨੂੰ। ਹਾਂਜੀ। ਪਰ ਜਿਹੜੇ ਛੋਟੇ ਸ਼ਹਿਰ ਆ, ਛੋਟੇ ਪਿੰਡ ਜਾਏ ਆ, ਉੱਥੇ ਡਾਕਟਰ ਹੀ ਹੈ ਨਹੀਂ ਕੋਈ ਨਾ ਕੋਈ। ਇਹਦਾ ਫੋਰਨ ਕ੍ਰੈਡੈਂਸ਼ੀਅਲ ਦੀ ਇੱਥੇ ਪ੍ਰੋਬਲਮ ਆਉਂਦੀ ਹੈ। ਡਾਕਟਰਸ ਬਾਹਰੋਂ 15-20 ਸਾਲ ਸਰਵਿਸ ਕਰਕੇ ਆ ਜਾਂਦੇ ਨੇ, ਉਹਨਾਂ ਨੂੰ ਐਗਜ਼ਾਮ ਲਿਖ ਲੈਂਦੇ, ਪਾਸ ਕਰ ਲੈਂਦੇ ਨੇ, ਰੈਜ਼ੀਡੈਂਸੀ ਜਿਹੜੀ ਉਹਨਾਂ ਨੂੰ ਮਿਲਦੀ ਨਹੀਂ ਜੀ। ਉਹ ਹਰੇਕ ਸਾਲ ਇਹੀ ਕੰਮ ਕਰਦੇ ਨੇ। ਸੋ ਉਹਨਾਂ ਲਈ ਇੱਕ ਪ੍ਰੋਬਲਮ ਹੈ। ਜੇ ਤੁਸੀਂ ਇਮੀਗ੍ਰੇਸ਼ਨ ਨੂੰ ਇਸ ਤਰੀਕੇ ਦੇ ਨਾਲ ਵਰਤੋਂ ਕਿ ਡਾਕਟਰਸ ਨੂੰ ਇੱਥੇ ਲਿਆਉਣਾ, ਤਾਂ ਉਹਨਾਂ ਇਲਾਕਿਆਂ ਦੇ ਵਿੱਚ ਲੈ ਕੇ ਆਉਣਾ ਜਿਨ੍ਹਾਂ ਦੇ ਵਿੱਚ ਡਾਕਟਰਸ ਦੀ ਕਮੀ ਆ। ਹਾਂਜੀ। ਉਹਨਾਂ ਨੂੰ ਕਹਿ ਦੋ ਵੀ 4-5 ਸਾਲ ਤੈਨੂੰ ਇੱਥੇ ਲਾਉਣੇ ਪੈਣੇ। ਜਿਹੜਾ ਬੰਦਾ 5 ਸਾਲ ਆਉਂਦਾ ਹੀ ਨਾ, ਇੱਕ ਚਾਹੇ ਛੋਟਾ ਪਿੰਡ ਆ ਚਾਹੇ ਸ਼ਹਿਰ ਆ, ਉੱਥੇ ਰਹਿ ਗਿਆ, ਉਹਨੇ ਸ਼ਾਇਦ ਕਦੇ ਮੂੰਹ ਵੀ ਨਹੀਂ ਹੋਣਾ। ਹਾਂਜੀ। ਕਿਉਂਕਿ ਅਸੀਂ ਵੀ ਇੱਥੇ ਸਰੀ ਚ ਤਾਂ ਹੀ ਬੈਠੇ ਕਿਉਂਕਿ ਸਰੀ ਚ ਆਏ ਸੀ ਜੀ। ਸਾਨੂੰ 14,000 ਮੀਲ ਦੂਰ ਆ ਗਏ ਆ, ਅਸੀਂ ਪਰੇ ਵੀ ਜਾ ਸਕਦੇ ਕਿਤੇ। ਹਾਂਜੀ। ਇੱਕ ਥਾਂ ਤੇ ਆ ਕੇ ਬੈਠ ਗਏ, 5 ਸਾਲ ਲਾ ਲਏ, ਉਸ ਤੋਂ ਬਾਅਦ ਤੁਹਾਡੀ ਪ੍ਰੋਬਲਮ ਦੂਰ ਹੋ ਜਾਂਦੀ ਹੈ ਜੀ। ਸੋ ਇਹਦੇ ਨਾਲ ਦੇਖੋ ਕਿੰਨੀਆਂ ਪ੍ਰੋਬਲਮਸ ਰਿਲੇਟਡ ਕੀਤੀਆਂ ਆ ਇਸ ਕਾਰਟੂਨ ਨੇ। ਹਾਂਜੀ। ਕਾਰਟੂਨਿਸਟ ਵਾਕਿਆ ਹੀ ਕੁਝ ਸਮੁੰਦਰ ਬੰਦ ਕਰ ਦਿੰਦੇ, ਜਿਵੇਂ ਤੁਸੀਂ ਕਿਹਾ ਜੀ। ਡਾਕਟਰ ਸਾਹਿਬ ਕਹਿੰਦੇ ਆ ਕਿ ਜਿਹੜੇ ਹੁਣ ਫਿਜ਼ੀਸ਼ੀਅਨਸ ਹੈਗੇ ਆ, ਵਰਕ ਲਾਈਫ ਬੈਲੈਂਸ ਹੋਣਾ ਚਾਹੀਦਾ, ਕਹਿ ਦਿੰਦੇ ਆ ਕਹਿਣ ਨੂੰ, ਪਰ ਉਹਨਾਂ ਦਾ ਜਿਹੜਾ ਜ਼ਿੰਦਗੀ ਨੂੰ ਆਪਾਂ ਜਦੋਂ ਦੇਖਦੇ ਆ, ਜਿਵੇਂ ਉਹਦੀ ਲੌਂਗ ਸ਼ਿਫਟਸ ਹੁੰਦੀਆਂ ਹੈਗੀਆਂ ਨੇ, ਉਹਦੇ 'ਚ ਬੈਲੈਂਸ ਕਿਵੇਂ ਕਰਨ? ਦੇਖੋ, ਇਹ ਕਹਿਣ ਨੂੰ ਗੱਲ ਹੋਰ ਹੁੰਦੀ ਆ, ਕਰਨ ਨੂੰ ਹੋਰ ਹੁੰਦੀ ਆ ਜੀ। ਸਾਨੂੰ ਤਾਂ ਇਹੀ ਕਹਿੰਦੇ ਨੇ ਕਿ ਸਟ੍ਰੈਸ ਨਹੀਂ ਹੋਣੀ ਚਾਹੀਦੀ, ਡਿਪਰੈਸ਼ਨ ਨਹੀਂ ਹੋਣਾ ਚਾਹੀਦਾ, ਤੈਨੂੰ ਓਵਰਵਰਕ ਨਹੀਂ ਹੋਣਾ ਚਾਹੀਦਾ, ਪਰ ਉਹਨਾਂ ਦੀ ਆਪਣੀ ਲਾਈਫ ਕਿੱਦਾਂ ਦੀ ਆ। ਫਿਰ ਇਹ ਗੱਲ ਹੈ ਕਿ ਉਹ ਵੀ ਇਨਸਾਨ ਹੈ, ਕਈ ਵਾਰੀ ਬੰਦਾ ਮਰ ਜਾਂਦਾ ਹੈ ਜੀ, ਉਹਦਾ ਅਸਰ ਪੈਂਦਾ ਹੈ ਨਾ ਦਿਮਾਗ ਤੇ। ਹਾਂਜੀ। ਤੁਸੀਂ ਕਿਸੇ ਬੰਦੇ ਨਾਲ ਡੀਲ ਕਰ ਰਹੇ ਆ, ਉਹਨੂੰ ਬਚਾ ਨਹੀਂ ਸਕੇ, ਉਹਦੇ ਨਾਲ ਮੁੜ ਕੇ ਜਾ ਕੇ ਤੁਹਾਨੂੰ ਨੀਂਦ ਨਹੀਂ ਆਉਂਦੀ ਜੀ। ਇਹ ਇਦਾਂ ਦੇ ਤਾਂ ਬੰਦੇ ਹੈ ਨਹੀਂ ਕਿ ਜਿਹੜੇ ਕਹਿਣਗੇ ਚਾਰ ਬੰਦੇ ਮਾਰਿਆ ਅੱਜ ਸ਼ੈਂਪੇਨ ਪੀਨੇ ਆ, ਇਦਾਂ ਦੀ ਤਾਂ ਗੱਲ ਕੋਈ ਹੈ ਨਹੀਂ। ਨਹੀਂ ਨਹੀਂ, ਬਿਲਕੁਲ ਨਹੀਂ। ਸੋ ਇਹਨਾਂ ਤੇ ਬਰਡਨ ਜਿਹੜਾ ਸਾਡੇ ਨਾਲ ਜ਼ਿਆਦਾ ਹੈ। ਹਾਂਜੀ, ਸਟ੍ਰੈਸ ਤੇ ਬਹੁਤ ਸਟ੍ਰੈਸ ਹੈ। ਤੇ ਉਹਨਾਂ ਦੀ ਸਭ ਤੋਂ ਜਿਹੜੀ ਚੀਜ਼ ਨੂੰ ਅਟਰੈਕਟ ਕਰਦੇ ਆ ਨਾ, ਅਸੀਂ ਕਹਿੰਦੇ ਕਿ ਡਾਕਟਰ ਵਧੀਆ ਆ, ਆਰਾਮ ਨਾਲ ਪੈਸੇ ਬਣਾਉਂਦੇ ਆ, ਉਹਨਾਂ ਦੇ ਬਹੁਤ ਸਟ੍ਰੈਸ ਹੈ ਜੀ। ਕਾਫੀ ਜ਼ਿਆਦਾ ਸਟ੍ਰੈਸਫੁਲ ਲਾਈਫ ਹੈਗੀ ਆ ਉਹਨਾਂ ਦੀ। ਦੂਸਰਿਆਂ ਨੂੰ ਜਿਹੜੀਆਂ ਸਲਾਹਾਂ ਦਿੰਦੇ ਆ, ਖੁਦ ਦੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਨੂੰ ਅਪਲਾਈ ਵੀ ਨਹੀਂ ਕਰ ਸਕਦੇ। ਨਹੀਂ। ਤੇ ਹੁਣ ਆਪਾਂ ਰੁਖ ਕਰਦੇ ਹਾਂ ਅਗਲੀ ਖਬਰ ਵੱਲ। ਇੱਕ ਨਾ CNN ਦੀ ਰਿਪੋਰਟ ਆਈ ਆ, ਉਹਦੇ ਵਿੱਚ ਕਿਹਾ ਗਿਆ ਕਿ ਜਿਹੜੀ ਅਮਰੀਕੀ ਹਥਿਆਰ ਜਿਹੜੇ ਯੂਕਰੇਨ ਨੂੰ ਭੇਜੇ ਗਏ ਆ, ਉਹਨਾਂ ਦਾ ਕੋਈ ਥਾਂ ਪਤਾ ਹੀ ਨਹੀਂ ਲੱਗਿਆ, ਉਹ ਗਾਇਬ ਹੀ ਹੋ ਗਏ, ਟਰੈਕ ਹੀ ਨਹੀਂ ਕੀਤੇ ਗਏ। ਡਾਕਟਰ ਸਾਹਿਬ ਦੇਖੋ, ਇਹਨਾਂ ਨੇ 800 ਮਿਲੀਅਨ ਦੇ ਹਥਿਆਰ ਪਿੱਛੇ ਜੇ ਭੇਜੇ ਆ, ਲੇਟੈਸਟ ਸ਼ਿਪਮੈਂਟ ਜਿਹੜੀ ਇਹਨਾਂ ਦੀ 800 ਮਿਲੀਅਨ ਦੇ ਹਥਿਆਰ ਬਹੁਤ ਹੈ। ਹਾਂਜੀ। ਤੇ ਦੁਨੀਆ ਦੇ ਵਿੱਚ 3 ਚੀਜ਼ਾਂ ਦੀ ਸਮਗਲਿੰਗ ਬਹੁਤ ਜ਼ਿਆਦਾ ਹੁੰਦੀ ਹੈ ਜਿਹਦੇ ਵਿੱਚ ਪ੍ਰੋਫਿਟ ਬਹੁਤ ਜ਼ਿਆਦਾ ਹੈ। ਇੱਕ ਹੈ ਤੇਲ, ਦੂਸਰੇ ਹੈਗੇ ਆ ਹਥਿਆਰ, ਤੀਸਰਾ ਹੈ ਇਲੀਗਲ ਡਰੱਗਸ। ਤੇ ਇਹਨਾਂ ਤਿੰਨਾਂ ਦੀ ਸਮਗਲਿੰਗ ਦੁਨੀਆ ਦੇ ਵਿੱਚ ਇੰਨੀ ਚੱਲਦੀ ਹੈ ਨਾ, ਉਹ ਪਤਾ ਨਹੀਂ ਕਿਹਦੇ, ਜੇ ਇਹ ਬੰਦੇ ਇੰਟੈਲੀਜੈਂਸ ਏਜੰਸੀਜ਼ ਜਿਹੜੀਆਂ US ਦੀਆਂ ਹੈ, ਇਹਨਾਂ ਦੇ ਕੋਲ ਸੈਟੇਲਾਈਟ ਇਮੇਜਸ ਇੱਥੇ ਤਾਂ ਹੀ ਆ ਕਿ ਦੁਨੀਆ ਦੇ ਕਿਸੇ ਕਾਰਨਰ ਤੇ ਕਾਰ ਖੜੀ ਦੇ ਪਲੇਟ ਨੰਬਰ ਪੜ ਲੈਂਦੇ। ਹਾਂਜੀ। ਤੇ ਇਹਨਾਂ ਦੇ ਹਥਿਆਰ ਕਿੱਧਰ ਗਏ 800 ਮਿਲੀਅਨ ਦੇ, ਉਹ ਪਤਾ ਹੀ ਨਹੀਂ। ਇਹੀ ਤਾਂ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਆ ਕਿ ਕਾਰ ਦਾ ਪਲੇਟ ਨੰਬਰ ਤਾਂ ਪੜ ਲੈਂਦੇ ਆ, ਇੰਨੀ ਵੱਡੀ ਮਾਤਰਾ 'ਚ ਹਥਿਆਰ ਭੇਜੇ ਉਹਨਾਂ ਦਾ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ, ਕਨਫਿਊਜ਼ ਹੋਏ ਬੈਠੇ ਆ। ਇਹਦਾ ਮਤਲਬ ਕੁੱਤੀ ਚੋਰਾਂ ਨਾਲ ਲੜੀ ਹੈ ਨਾ। ਹਾਂਜੀ ਹਾਂਜੀ। ਦਾਲ ਦੇ ਵਿੱਚ ਕੁਝ ਕਾਲਾ ਨਹੀਂ, ਦਾਲ ਪੂਰੀ ਹੀ ਕਾਲੀ ਆ, ਪੂਰੀ। ਉਹ 'ਚ ਦਾਲ ਦਾ ਸ਼ਾਇਦ ਇੱਕ ਦਾਣਾ ਲੱਭੇ। ਜੀ ਬਿਲਕੁਲ, ਤੁਸੀਂ ਸਹੀ ਕਿਹਾ, ਕਿਉਂਕਿ ਹੈਰਾਨਗੀ ਦੀ ਗੱਲ ਆ ਕਿ ਇੰਨੀ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਹਥਿਆਰ ਹੋਣ ਤੇ ਫਿਰ ਉਹਦਾ ਪਤਾ ਨਹੀਂ ਲੱਗ ਸਕਦਾ। ਨਾਲੇ ਤੇ ਇਹ ਵੀ ਕਿਹਾ ਜਾ ਰਿਹਾ ਕਿ US ਸਰਕਾਰ ਆ ਜਿਹੜੀ,
ਉਹ ਹਾਲ ਹੀ ਦੇ ਮਹੀਨਿਆਂ 'ਚ ਯੂਕਰੇਨ ਦੀਆਂ ਹਥਿਆਰਬੰਦ ਸੈਨਾਵਾਂ ਨੂੰ ਜਿਹੜੀ ਲੀਥਲ ਏਡ ਦਾ ਨਾਂ ਦੇ ਦਿੰਦੇ ਨੇ, ਲੀਥਲ ਹੈ ਨਾ, ਜਦੋਂ ਕਹਿੰਦੇ ਆ ਕਿ ਕੋਈ ਕਿਸੇ ਨੂੰ ਹਥਿਆਰ ਗਿਫਟ ਕਰਦਾ ਉਹਨੂੰ ਇਹਦਾ ਨਾਂ ਦੇ ਦਿੰਦੇ ਨੇ। ਹੁਣ ਜੇ ਇਹਨਾਂ ਨੇ ਲੀਥਲ ਏਡ ਦੇ ਥਰੂ ਭੇਜਿਆ ਫਿਰ ਤਾਂ ਪੱਕਾ ਹੀ ਹੈਗਾ ਕਿ ਜਿਹੜੀ ਗੜਬੜ ਹੈ ਹੀ ਹੈ 100% ਹੀ। ਇੱਕ ਤਾਂ ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਪੀਸ ਕਾਨਫਰੰਸ ਵਾਲੇ ਆ, ਇੰਟਰਨੈਸ਼ਨਲ ਪੀਸ ਐਕਟਿਵਿਸਟ ਆ, ਉਹ ਕਹਿੰਦੇ ਕਿ ਤੁਸੀਂ ਜਿਹੜੇ ਹਥਿਆਰ ਦਿੰਦੇ ਆ ਯੂਕਰੇਨ ਨੂੰ, ਇਹ ਇੱਕ ਤਰੀਕਾ ਨਹੀਂ ਹੈ ਕਿ ਤੁਸੀਂ ਹਥਿਆਰ ਲੜਾਈ ਬੰਦ ਕਰੋ। ਦੇਖੋ, ਹਥਿਆਰ ਦੇ ਕੇ ਲੜਾਈ ਬੰਦ ਤਾਂ ਨਹੀਂ ਆਪਾਂ ਕਰਵਾ ਸਕਦੇ। ਲੜਾਈ ਬੰਦ ਕਰਨ ਦੇ ਲਈ ਤਾਂ ਗੱਲਬਾਤ ਕਰਵਾਉਣੀ ਪਊਗੀ। ਉਹ ਚੀਜ਼ ਇਹਨਾਂ ਦੀ ਕੋਈ ਦਿਲਚਸਪੀ ਨਹੀਂ ਹੈ, ਕਿਉਂਕਿ ਕੰਪਨੀਆਂ ਨੂੰ ਤਾਂ ਪੈਸੇ ਚਾਹੀਦੇ। ਹਾਂਜੀ, ਉਹ ਚਾਹੇ ਯੂਐਸ ਨੇ ਦੇਤੇ ਜਾਂ ਕਿਸੇ ਹੋਰ ਨੇ ਦੇਤੇ ਜੀ। ਯੂਐਸ ਦੇ ਪੈਸੇ ਜਿਹੜੇ ਉਹ ਟੈਕਸ ਪੇਅਰ ਦੇ ਪੈਸੇ ਜੀ, ਉਹਨਾਂ ਨੂੰ ਪ੍ਰੋਫਿਟ ਆ ਰਿਹਾ ਹੈ। ਉਹਨਾਂ ਦੇ ਜਿਹੜੇ ਸ਼ੇਅਰ ਮਾਰਕੀਟ ਤੁਸੀਂ ਦੇਖੋ, ਸਾਰੀਆਂ ਕੰਪਨੀਆਂ ਦੀ ਇਦਾਂ ਤਾਂ ਨੂੰ ਜਾ ਰਹੀ ਆ। ਲੜਾਈ ਕਰੋਗੇ, ਲੜਾਈ ਦੇ ਜਿਹੜੇ ਵੈਪਨਸ ਆ, ਇੱਕ ਸਭ ਤੋਂ ਵੱਡਾ ਅਮੀਰ ਹੁੰਦਾ ਸੀ ਖਸ਼ੋਗੀ। ਇਰਾਨ ਤੇ ਇਹਨਾਂ ਨੇ ਪਹਿਲਾਂ ਨਾ, ਇਰਾਨ ਤੇ ਜਦੋਂ ਰੈਵੋਲੂਸ਼ਨ ਆਇਆ ਉੱਥੇ ਤੇ ਇਹਨਾਂ ਨੇ ਸਾਰੇ ਸੈਂਕਸ਼ਨ ਲਾਤੇ ਸੀ ਉਹਨਾਂ ਦੇ। ਉਹ ਹਥਿਆਰ ਨਹੀਂ ਸੀ ਖਰੀਦ ਸਕਦੇ। ਹੁਣ ਹਥਿਆਰਾਂ ਦੀ ਇੰਟਰਨੈਸ਼ਨਲ ਸਮਗਲਿੰਗ ਬਹੁਤ ਹੁੰਦੀ। ਉਸ ਬੰਦੇ ਨੇ ਬਾਕੀਆਂ ਵੈਸਟਰਨ ਕੰਟਰੀਜ਼ ਤੋਂ ਹਥਿਆਰ ਖਰੀਦਣੇ ਤੇ ਉਹਨਾਂ ਨੂੰ ਵੇਚ ਆਉਣੇ, ਤੇ ਉਹ ਬਿਲੀਅਨਰ ਬੰਦਾ ਬਣ ਗਿਆ। ਉਹਦੇ ਨਾਲ ਤੁਹਾਨੂੰ ਪਤਾ ਹੋਣਾ ਲੇਡੀ ਡਾਇਨਾ ਦਾ ਜਿਹੜਾ ਮੌਤ ਹੋਈ ਹੈ ਨਾ, ਹਾਂਜੀ, ਉਹਦਾ ਭਤੀਜਾ ਸੀ ਡੋਡੀ ਜੀ। ਉਹਦੀ ਮਤਲਬ ਲਿੰਕ ਇਸ ਹੱਦ ਤੱਕ ਚੱਲ ਗਿਆ ਕਿ ਰਾਇਲ ਫੈਮਿਲੀ ਦੇ ਨਾਲ ਚਾਹ ਪੀਣ ਜਾਂਦਾ ਹੁੰਦਾ ਸੀ। ਜਿਹੜਾ ਸਮਗਲਰ ਆ, ਸਾਰਾ ਨੌਨ ਸਮਗਲਰ ਹੈ ਬੰਦਾ, ਤੇ ਉਹਦਾ ਭਤੀਜਾ ਵੀ ਉਹਦੇ ਨਾਲ ਜਾਂਦਾ ਸੀ। ਉਹਦੀ ਕਿਤੇ ਲੇਡੀ ਡਾਇਨਾ ਨਾਲ ਗੱਲਬਾਤ ਹੋ ਗਈ। ਉਹ ਜਦੋਂ ਪੈਰਿਸ ਦੇ ਵਿੱਚ ਇਹ ਹੱਲ ਕੌਨਸਪੀਰੇਸੀ ਥਿਊਰੀ ਆ ਵੀ ਜਿਹੜੀ ਬ੍ਰਿਟਿਸ਼ ਦੀ ਇੰਟੈਲੀਜੈਂਸ ਏਜੰਸੀ ਆ ਉਹਨਾਂ ਨੇ ਮਾਰਿਆ ਉਹਨੂੰ, ਕਿਉਂਕਿ ਉਹ ਮੁਸਲਮਾਨ ਸੀ ਤੇ ਉਹ ਟਾਲਰੇਟ ਨਹੀਂ ਕਰ ਸਕਦੇ ਕਿ ਰਾਇਲ ਫੈਮਿਲੀ ਦੇ ਵਿੱਚ ਮੁਸਲਮਾਨ ਦੀ ਸ਼ਾਦੀ ਹੋ ਜਾਵੇ ਉਹਦੇ ਨਾਲ, ਇਸ ਕਰਕੇ ਉਹਨੂੰ ਚੱਕਿਆ ਗਿਆ। ਇਹ ਇੱਕ ਸਮਗਲਰ ਦੀ ਫੈਮਿਲੀ ਦੀ ਗੱਲ ਹੈ। ਔਰ ਉਹ ਤੋਂ ਬਾਅਦ ਫਿਰ ਇਹਨਾਂ ਨੇ ਦਿਖਾੜਿਆ ਕਿ ਖਸ਼ੋਗੀ ਦੀ ਇੱਕ ਲੜਕੀ ਹੈ, ਉਹਦੇ ਬੈੱਡਰੂਮ ਦੇ ਵਿੱਚ ਨਾਲ 5 ਬੈੱਡਰੂਮ ਹੋ ਰਿਹਾ, ਛੋਟੇ 5 ਰੂਮ ਹੋ ਰਿਹਾ। ਇੱਕ 'ਚ ਵਾਸ਼ਰੂਮ ਆ, ਇੱਕ 'ਚ ਮੇਕਅਪ ਦਾ ਸਮਾਨ ਪਿਆ ਹੈ, ਇੱਕ 'ਚ ਵੈਸੇ ਬੈਠਣ ਜਾਂਦੀ ਹੈ ਟੀਵੀ ਦੇਖਣ। ਉਹਦੇ ਨਾਲ 5 ਉਹ ਵੀ ਚੰਗੇ ਵੱਡੇ ਰੂਮ ਆ ਦਿਖਾੜੇ ਉਹਨਾਂ ਨੇ ਟੀਵੀ ਦੇ। ਪਰ ਚੋਰਾਂ ਦੇ ਕੱਪੜੇ, ਡਾਂਗਾ ਦੇ ਗੱਜ ਜੀ, ਉਹਨਾਂ ਦੇ ਕੋਲ ਪੈਸੇ ਹੀ ਬਹੁਤ ਆਏ। ਸੋ ਆ ਜਿਹੜੇ 800 ਮਿਲੀਅਨ ਦੇ ਗਏ ਆ, ਇਹ ਵੀ ਕਿਸੇ ਸਮਗਲਰ ਦੇ ਹੱਥ ਆਏ ਆ ਨਾ ਜੀ। ਜਾਂ ਉਹ ਯੂਕਰੇਨੀਅਨ ਸਮਗਲਰ ਹੋਣ ਜਾਂ ਇਹ ਪੈਂਟਾਗਨ 'ਚ ਹੀ ਬੈਠੇ ਹੋਣ ਜੀ, ਕਿਸੇ ਨਾ ਕਿਸੇ ਤਰੀਕੇ ਨਾਲ। ਜਿੱਦਾਂ ਪਿੱਛੇ ਜਿਹਾ ਇੱਕ MP ਦੀ ਵਾਈਫ ਲੈ ਕੇ 70 ਮਿਲੀਅਨ ਨੱਠੀ ਜੀ। ਹਾਂਜੀ, ਲੁੱਟ ਪਈ ਆ ਨਾ, ਪੈਸੇ ਭੇਜੀ ਜਾਂਦੇ ਤੁਸੀਂ ਇੱਥੋਂ, ਤਾਂ ਉਹ ਚੱਕ ਕੇ ਯੂਰਪ ਨੂੰ ਨੱਠੇ ਜਾਂਦੇ ਆ ਜੀ। ਡਾਕਟਰ ਸਾਹਿਬ, ਯੂਕਰੇਨ ਯੁੱਧ ਨੇ ਗਲੋਬਲ ਇਕਨੋਮੀ ਨੂੰ ਢਾਹ ਲਾਈ ਹੋਈ ਆ। ਇੰਟਰਨੈਸ਼ਨਲ ਮੋਨਿਟਰੀ ਫੰਡ ਨੇ ਕਿਹਾ ਕਿ UK ਹੁਣ ਪ੍ਰਮੁੱਖ ਪੱਛਮੀ ਦੇਸ਼ਾਂ ਦੇ G7 ਸਮੂਹ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥ ਵਿਵਸਥਾ ਨਹੀਂ ਰਹੂਗਾ। ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਦੇਖੋ, ਜਿਹੜਾ ਫਿਕਰ ਪੈਣਾ ਚਾਹੀਦਾ ਉਹ UK ਦੇ ਪ੍ਰਾਈਮ ਮਿਨਿਸਟਰ ਨੂੰ, ਕਿਉਂਕਿ ਉਹਨਾਂ ਦੀ ਆਪਣੀ ਕਾਕਸ ਵੀ ਕਹਿ ਰਹੀ ਹੈ ਕਿ ਤੁਹਾਡੇ ਇੰਨੇ ਸਕੈਂਡਲ ਆ ਚੁੱਕੇ ਆ, ਤੁਸੀਂ ਹੁਣ ਥੱਲੇ ਲਓ। ਆ ਇੱਕ ਹੋਰ ਆ ਗਿਆ ਕਿ ਜਿਹੜੀ ਇਕਨੋਮੀ ਉਹਨਾਂ ਦੀ ਬਿਲਕੁਲ ਨਹੀਂ ਵਧਣੀ, ਔਰ ਉਹ ਹੁਣ ਅੱਜ ਇੰਡੀਆ ਬੈਠੇ। ਹਾਂਜੀ, ਚਰਖਾ ਕੱਤਣ ਲੱਗੇ ਸੀ ਉੱਥੇ। ਹਾਂਜੀ, ਉੱਥੇ ਮੇਰਾ ਖਿਆਲ ਚਰਖਾ ਕੱਤਣ ਦਾ ਬਹੁਤ ਆ ਲੋਕਾਂ ਨੂੰ। ਵੈਸੇ ਚਰਖਾ ਤਾਂ ਭਗਵੰਤ ਮਾਨ ਨੇ ਵੀ ਕੱਸਿਆ ਸੀ ਉੱਥੇ। ਭਗਵੰਤ ਮਾਨ ਦੇ ਜ਼ਿਲ੍ਹੇ ਤੋਂ ਦੇ ਨਾਲ ਹੀ ਨਰਮਾ ਮਿਲਟ ਆ ਵੈਸੇ। ਹਾਂਜੀ, ਤਾਂ ਉਹਨੂੰ ਕਹਾ ਵੀ ਗੁਜਰਾਤ ਦੇ ਵਿੱਚ ਜਾ ਕੇ ਜ਼ਰੂਰ ਚਰਖਾ ਕੱਤਣਾ, ਤੁਸੀਂ ਮੁਕਤਸਰ ਜਾ ਕੇ ਚਰਖਾ ਡਾਲੋ ਤੇ ਅਰਵਿੰਦ ਕੇਜਰੀਵਾਲ ਨਾਲ ਗਾਣਾ ਗਾਓ ਵੀ ਹਰ ਚਰਖੇ ਦੇ ਗੇੜੇ ਮੈਂ ਤੈਨੂੰ ਯਾਦ ਕਰਦੀ। ਸੋ ਇਹ UK ਦਾ ਪ੍ਰਾਈਮ ਮਿਨਿਸਟਰ ਨੇ, ਤੁਸੀਂ ਦੇਖੋ ਪਿਛਲੇ ਜਿਹੇ ਅਰਸੇ ਦੇ ਵਿੱਚ ਬਾਹਰ ਨੱਠੇ ਫਿਰਦੇ। UK ਦੇ ਵਿੱਚ ਇੱਕ ਤਾਂ ਇਕਨੋਮੀ ਥੱਲੇ ਨੂੰ ਜਾ ਰਹੀ ਹੈ, ਦੂਸਰੇ ਪ੍ਰਾਈਮ ਮਿਨਿਸਟਰ ਦੇ ਸਕੈਂਡਲਸ ਬੜੇ ਆ ਰਹੇ ਆ, ਤੇ ਉਹਨਾਂ ਦੀ ਪਾਰਟੀ ਨੂੰ ਇਸ ਵੇਲੇ ਰੀਅਲਾਈਜੇਸ਼ਨ ਇਹ ਹੋ ਰਹੀ ਹੈ ਕਿ ਜੇ ਇਹੀ ਪ੍ਰਾਈਮ ਮਿਨਿਸਟਰ ਰਹੇ, ਇਦਾਂ ਹੀ ਇਕਨੋਮੀ ਨੂੰ ਸਾਡੀ ਨੂੰ ਧੱਕਾ ਲੱਗਦਾ ਰਿਹਾ, ਅਸੀਂ ਇੱਕ ਪਾਸੇ ਤਾਂ ਯੂਕਰੇਨ ਦੇ ਹੱਕ ਦੇ ਵਿੱਚ ਲੜਾਈ ਜਾਰੀ ਰੱਖਣ ਦੇ ਹੱਕ 'ਚ ਆ, ਸਾਨੂੰ ਉਹਦਾ ਫਾਇਦਾ ਕੁਛ ਨਹੀਂ ਹੋ ਰਿਹਾ, ਨੁਕਸਾਨ ਜ਼ਰੂਰ ਹੋ ਰਿਹਾ। ਕਿਉਂਕਿ ਜਿਹੜੀ ਇਨਫਲੇਸ਼ਨ ਯੂਕਰੇਨ ਤੇ ਰਸ਼ੀਆ ਦੇ ਵਾਰ ਦੇ ਨਾਲ ਰਿਲੇਟਡ ਆ ਨਾ, ਉਹਦਾ ਨੁਕਸਾਨ ਤਾਂ ਆਮ ਲੋਕਾਂ ਨੂੰ ਝੱਲਣਾ ਪੈਂਦਾ। ਹਾਂਜੀ, ਤੇ ਉਹਦਾ ਕਰਕੇ
ਉਹਨਾਂ ਨੂੰ ਲੱਗਦਾ ਕਿ ਅਗਲੀ ਵਾਰ ਜ਼ਰੂਰ ਇਲੈਕਸ਼ਨ ਹਾਰਾਂਗੇ ਅਸੀਂ। ਜੀ ਡਾਕਟਰ ਸਾਹਿਬ, ਇੱਕ ਮੀਡੀਆ ਰਿਪੋਰਟ ਅਨੁਸਾਰ ਭਾਰਤ ਨੂੰ ਰਸ਼ੀਆ S-400 에ਅਰ ਡਿਫੈਂਸ ਸਿਸਟਮ ਦਾ ਜਿਹੜਾ ਆਰਡਰ ਆ ਉਹਨੇ ਦਿੱਤਾ ਹੈਗਾ ਇਹ, ਤੇ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਅਮਰੀਕਾ ਉਹ ਕਾਫੀ ਜ਼ਿਆਦਾ ਪਰੇਸ਼ਾਨ ਆ ਤੇ ਉਹ ਦਿੱਲੀ ਤੇ ਪ੍ਰੈਸ਼ਰ ਬਣਾ ਰਿਹਾ ਕਿ ਮਾਸਕੋ ਤੋਂ ਦੂਰ ਰਹੋ ਜੀ। ਦੇਖੋ, ਇਹ ਸਭ ਤੋਂ ਪਹਿਲਾਂ ਟਰਕੀ ਵਾਲੇ ਜਿਹੜੇ ਨੇਟੋ ਦੇ ਮੈਂਬਰ ਹੈ, ਇਹਨਾਂ ਦਾ ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਜਿਹੜੀ US ਦੀ ਆ, ਉਹ ਇਹਦੇ ਮੈਂਬਰ ਹੈ। ਉਹਨਾਂ ਨੇ ਪਹਿਲਾਂ 4 S-400 ਮਿਸਾਈਲਸ ਉਹਨਾਂ ਤੋਂ ਲਈਆਂ ਸੀ ਰਸ਼ੀਆ ਤੋਂ, ਔਰ ਹੋਰ ਲਗਾਤਾਰ ਹੀ ਲੈ ਰਹੇ ਆ। ਹੁਣ ਮੌਕਾ ਸੀ ਇੰਡੀਆ ਵਾਲਿਆਂ ਨੂੰ ਵੀ, ਕਿਉਂਕਿ ਜਿਹੜੇ ਵੀ ਮੀਡੀਅਮ ਰੇਂਜ ਤੇ ਉੜਦੀਆਂ ਨੇ ਇਹ ਡਿਫੈਂਸਿਵ ਹੈ। ਜੇ ਕੋਈ ਮੋਰਿਓਂ ਮਿਸਾਈਲ ਆਉਂਦੀ ਆ ਉਹਨੂੰ ਤਬਾਹ ਕਰ ਦਿੰਦੀ ਹੈ। ਸੋ ਇਸ ਕਰਕੇ, ਜਾਂ ਇਹ ਕਹਿ ਲਓ ਕਿ ਇਹ ਰਡਾਰ ਤੇ ਨਹੀਂ ਆਉਂਦੀ। ਸੋ ਇਸ ਕਰਕੇ ਇੰਡੀਆ ਵਾਲਿਆਂ ਨੇ ਵੀ ਮੌਕਾ ਸਾਂਭਿਆ ਹੈ ਕਿ ਹੁਣ ਮੌਕਾ ਹੈਗਾ ਸਸਤੇ ਥੋੜੇ ਜਿਹੇ ਹਥਿਆਰ ਲੈਣ ਦਾ ਜੀ, ਤੇ ਰਸ਼ੀਆ ਵਾਲੇ ਦੇ ਰਹੇ ਇਸ ਵੇਲੇ। ਉਹਨਾਂ ਨੂੰ ਲੱਗਦਾ ਕਿ ਅਮਰੀਕਾ ਵਾਲਿਆਂ ਨੂੰ ਸਾਡੀ ਲੋੜ ਹੈ। ਹਾਂਜੀ, ਇਹ ਲੋੜ ਜਿਹੜੀ ਹੈ ਉਹ ਹੈਗੀ ਚਾਈਨਾ ਦੇ ਅਗੇਂਸਟ। ਸੋ ਇਸ ਨੂੰ ਇਹਦੇ ਮੱਦੇ ਨਜ਼ਰ ਤੁਸੀਂ ਰੱਖਣਾ ਮਨ ਦੇ ਵਿੱਚ ਕਿ ਅਸੀਂ ਸਾਡੇ ਦੇਸ਼ ਲਈ ਕੀ ਚੀਜ਼ ਗੁੱਡ ਹੈ, ਕਿਹੜੀ ਚੀਜ਼ ਆ ਸਾਨੂੰ ਜਿਹੜੀ ਸਰਵ ਕਰੂਗੀ। ਉਹ ਇਹ ਸਰਵ ਕਰਦੀ ਹੈ ਕਿ ਠੀਕ ਹੈ ਅਸੀਂ ਰਸ਼ੀਆ ਦੇ ਕੋਲੋਂ ਲੈ ਰਹੇ ਹਾਂ ਵੈਪਨ, ਪਰ ਨਾਲ ਦੀ ਨਾਲ ਉਹ ਇਹ ਵੀ ਕਹਿ ਰਿਹਾ ਕਿ ਅਸੀਂ ਦੋਹਾਂ ਦੇਸ਼ਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਬੈਠ ਕੇ ਸਮਝੌਤਾ ਕਰਨ। ਜੀ, ਇਹ ਵਧੀਆ ਸਟੈਂਡ ਹੈ ਕਿ ਲੜਾਈ ਤਾਂ ਬੰਦ ਕੀਤੇ ਤੇ ਹੀ ਫਾਇਦਾ ਹੋਣਾ। ਹਾਂਜੀ, ਬਿਲਕੁਲ। ਜਿਹੜੀ ਤੁਸੀਂ ਲੂਤੀਆਂ ਲਾ ਰਹੇ ਆ ਕਿ ਲੜਾਈ ਕਰੀ ਚਲੋ, ਵੈਪਨ ਦੇਈ ਚਲੋ, ਵੈਪਨ ਉਹ ਲੱਭਦੇ ਹੀ ਕਿਤੇ ਨਹੀਂ ਜੀ। ਸੋ ਇੰਡੀਆ ਦਾ ਸਟੈਂਡ ਮੇਰਾ ਖਿਆਲ ਫੋਰਨ ਪਾਲਿਸੀ 'ਚ ਪਹਿਲੀ ਵਾਰੀ ਚੇਂਜ ਆਇਆ ਕਿ ਉਹਨਾਂ ਨੇ ਇਹ ਦੇਖਿਆ ਕਿ ਸਾਡਾ ਨੈਸ਼ਨਲ ਇੰਟਰਸਟ ਕੀ ਹੈ। ਹਾਂਜੀ ਡਾਕਟਰ ਸਾਹਿਬ, US ਬਿਊਰੋ ਆਫ ਲੇਬਰ ਸਟੈਟਿਸਟਿਕਸ ਦੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੀ ਮਾਰਚ ਮਹੀਨੇ ਦੀ ਰਿਪੋਰਟ ਆਈ ਆ, ਤੇ ਇਸ ਰਿਪੋਰਟ ਦੇ ਅਨੁਸਾਰ ਸਾਲ ਦਰ ਸਾਲ ਜਿਹੜੀ ਮਹਿੰਗਾਈ ਦੀ ਦਰ 8.5% ਤੱਕ ਵਧੀ ਆ। ਮਤਲਬ ਕਿ ਔਸਤਨ ਲੋਕ 8.5% ਵੱਧ ਭੁਗਤਾਨ ਕਰ ਰਹੇ ਨੇ। 40 ਸਾਲਾਂ ਦਾ ਰੈਕੋਰਡ ਟੁੱਟ ਗਿਆ ਜੀ। ਜੀ, ਇਹ ਖਬਰ ਵੈਸੇ ਤਾਂ ਮਾੜੀ ਖਬਰ ਹੈ। ਜਿਹੜਾ ਪ੍ਰੈਜ਼ੀਡੈਂਟ ਆ, ਸਿਟਿੰਗ ਪ੍ਰੈਜ਼ੀਡੈਂਟ, ਵੈਸੇ ਵੀ ਸਿਟਿੰਗ ਪ੍ਰੈਜ਼ੀਡੈਂਟ ਪਹਿਲੇ ਟਰਮ ਦੀ ਇਲੈਕਸ਼ਨ ਦੇ ਵਿੱਚ ਜਦੋਂ ਮਿਡ ਟਰਮ ਇਲੈਕਸ਼ਨ ਆਉਂਦੀਆਂ ਤਾਂ ਉਹ ਹਾਰਦੇ ਹੀ ਹੁੰਦੇ ਆ। ਇੱਕ ਸਿਰਫ ਵਰਲਡ ਵਾਰ 2 ਤੋਂ ਬਾਅਦ ਜਾਰਜ ਬੁਸ਼ ਦੇ ਸਮੇਂ ਜਿੱਤੇ ਸੀ, ਉਦੋਂ ਵੀ ਸਮਾਂ ਵੱਖਰਾ ਸੀ। 9/11 ਦੀਆਂ ਘਟਨਾਵਾਂ ਹੋਈਆਂ, ਥੋੜਾ ਸ਼ੋਵਨਿਜ਼ਮ ਜ਼ਿਆਦਾ ਸੀ, ਲੜਾਈ ਕਰਨ ਚੱਲ ਗਏ ਅਫਗਾਨਿਸਤਾਨ ਦੇ ਵਿੱਚ, ਲੋਕਾਂ ਨੂੰ ਸਪੋਰਟ ਕਰਦੇ। ਤੇ ਇਹਦੇ ਵਿੱਚ ਸਭ ਤੋਂ ਮਾੜੀ ਗੱਲ ਇਹ ਆ ਕਿ ਜਿਹੜੀਆਂ ਕੀਮਤਾਂ ਜ਼ਿਆਦਾ ਵਧੀਆਂ ਨੇ ਉਹ ਵਧੀਆਂ ਨੇ ਜਿਹੜੀਆਂ ਕੰਜ਼ਿਊਮਰ ਆਈਟਮਸ ਹੈ, ਜਿਹੜੀਆਂ ਆਮ ਲੋਕਾਂ ਨੂੰ ਲੋੜ ਪੈਂਦੀ ਹੈ। ਹਾਂਜੀ, ਜਿਹੜੀਆਂ ਅਸੀਂ ਖਾਂਦੇ ਆ ਚੀਜ਼ਾਂ। ਹੁਣ ਚਲਾਉਣ ਵਾਲਿਆਂ ਦੀ, ਮਤਲਬ ਤੁਸੀਂ ਕਾਰ ਲੈਂਦੇ ਆ, ਕਾਰਾਂ ਦੀ ਕੀਮਤਾਂ ਵਧਿਆ, ਫਿਰ ਉਹ ਪੈਟਰੋਲ ਪਵਾਉਂਦੇ ਆ, ਪੈਟਰੋਲ ਦੀਆਂ ਕੀਮਤਾਂ ਵਧਿਆ, ਫਿਰ ਉਸ ਤੋਂ ਬਾਅਦ ਤੁਸੀਂ ਘਰ ਲੈਂਦੇ ਆ, ਘਰਾਂ ਦੀਆਂ ਕੀਮਤਾਂ ਵਧਿਆ। ਹਾਂਜੀ, ਸੋ ਜੇ ਕਿਸੇ ਦੀ ਘੱਟ ਵਧੀ ਹੋਣੀ, ਕਿਉਂਕਿ ਇਹ ਔਸਤਨ ਹੈ ਨਾ ਗੱਲ, ਜੇ ਕਿਸੇ ਦੀ ਘੱਟ ਕੀਮਤ ਵਧੀ ਹੋਣੀ ਆ ਤਾਂ ਉਹਦੀ ਇੰਨੀ ਜ਼ਿਆਦਾ ਲੋੜ ਨਹੀਂ ਹੋਣੀ, ਕਿਉਂਕਿ ਸਪਲਾਈ ਐਂਡ ਡਿਮਾਂਡ ਦੀ ਗੱਲ ਹੈ ਨਾ। ਸਪਲਾਈ ਤੇ ਡਿਮਾਂਡ ਦਾ ਜਿਹੜਾ ਅਸਰ ਪੈ ਰਿਹਾ ਕੰਜ਼ਿਊਮਰ ਆਈਟਮਸ ਤੇ ਪੈ ਰਿਹਾ, ਜਿਹੜੀਆਂ ਲੋਕਾਂ ਨੂੰ ਉੱਲੀ ਗੁੱਲੀ ਤੇ ਜੁੱਲੀ ਦੀਆਂ ਲੋੜਾਂ ਹੈਗੀਆਂ। ਹੁਣ ਇਹਦੇ ਨਾਲ ਹੀ ਇੱਕ ਸੰਬੰਧਿਤ ਰਿਪੋਰਟ ਹੈ ਸੀਐਟਲ ਏਰੀਆ ਦੀ, ਕਿ ਉਹਨਾਂ ਨੇ ਅੰਦਾਜ਼ਾ ਲਾਇਆ ਕਿ ਪਹਿਲਾਂ ਤਾਂ 20% ਪਿਛਲੇ ਸਾਲ ਤੋਂ ਵੈਸੇ ਹੀ ਵੱਧ ਗਿਆ ਹੈ ਇੰਟਰਸਟ ਰੇਟ। ਹਾਂਜੀ, ਤੇ ਇਹਦੇ ਹੋਰ ਵੀ ਵਧਣ ਦੇ ਚਾਂਸ ਹੈ, ਕਿਉਂਕਿ 8.5% ਜ਼ਿਆਦਾ ਹੁੰਦੀ ਹੈ। ਹਾਂਜੀ, ਹੁਣ ਜਦੋਂ ਇੰਟਰਸਟ ਰੇਟ ਵਧਣਾ ਆ ਤੇ ਇੱਕ ਪਾਸੇ ਉਹਨਾਂ ਦੀ ਇਨਵੈਂਟਰੀ ਵੀ ਥੋੜੀ ਜਿਹੀ ਵਧੀ ਹੈ, ਕੋਈ ਬਹੁਤੀ ਤਾਂ ਨਹੀਂ ਵਧੀ, 12% ਵਧੀ ਹੈ। ਸੋ ਦੋ ਚੀਜ਼ਾਂ ਹਾਊਸਿੰਗ ਮਾਰਕੀਟ ਦੀ ਨੂੰ ਕੈਪ ਲਾਉਣ ਲਈ ਚੰਗੀਆਂ। ਹਾਲੇ ਇਹ ਨਹੀਂ ਕਿ ਉਹਨਾਂ ਦੀ ਕੀਮਤਾਂ ਘਟੀਆਂ ਆ। 7,71,000 ਐਵਰੇਜ ਸੈਟਲ ਦਾ ਜਿਹੜਾ ਘਰ ਆ, 7,71,000, ਉਹਦੇ 'ਚ ਜੇ ਕੋਈ 20% ਡਾਊਨ ਹੁੰਦਾ ਹੈ ਤਾਂ ਉਹਦੀ ਮੰਥਲੀ ਪੇਮੈਂਟ ਜਿਹੜੀ ਹੈ $3,000 ਦੀ ਹੈ। ਹੁਣ $3,000 ਕਿਹਨੇ ਦੇਣਾ ਕੋਲੋਂ? ਇਹਦੇ ਵਿੱਚ ਤੁਹਾਡੀ ਹਾਈ ਇਨਕਮ ਚਾਹੀਦੀ ਹੈ। ਜੇ ਤੁਹਾਡੀ ਇਨਕਮ ਹੀ 36,000 ਆ ਤਾਂ ਤੁਸੀਂ 3,000 ਦੀ ਕਿੱਥੋਂ ਦੇਣੀ ਕਿਸ਼ਤ? ਬਹੁਤ ਮੁਸ਼ਕਿਲ ਹੈ ਜੀ, ਮੁਸ਼ਕਿਲ ਆ। ਸੋ ਇਦੋਂ ਜੇ ਘਟਣਗੀਆਂ ਤਾਂ ਚੰਗੀ ਗੱਲ ਹੈ, ਔਰ ਘਟਣੀਆਂ ਜੇ ਤੁਹਾਡੇ
ਇੰਟਰਸਟ ਰੇਟ ਇਦਾਂ ਹੀ ਵਧੀ ਗਏ, ਫਿਰ ਤੁਹਾਨੂੰ ਜ਼ਿਆਦਾ ਰੀਨਿਊ ਕਰਾਉਣੀ ਹੈ ਤੁਸੀਂ, ਤਾਂ ਉਹ ਲੋਕਾਂ ਦੀ ਇੱਕ ਜ਼ਮਾਨਾ ਆਇਆ ਸੀ ਜਦੋਂ ਰੀਨਿਊ ਕਰਾਉਂਦੇ ਸੀ ਲੋਕੀ, ਉਹਨਾਂ ਦੀ ਬੈਂਕਰਪਸੀਜ਼ ਹੋਣ ਲੱਗ ਪਈਆਂ, ਉਦੋਂ ਕੀਮਤਾਂ ਇੱਕਦਮ ਥੱਲੇ ਨੂੰ ਜਾ ਕੇ ਡਿੱਗੀਆਂ। ਕੀ ਉੱਦਾਂ ਦਾ ਸਮਾਂ ਆਊਗਾ ਜਾਂ ਇਹ ਹੋਰ ਸਮਾਂ ਹੋਊਗਾ? ਹੁਣ ਅੰਦਾਜ਼ਾ ਇਹ ਲਾਉਂਦੇ ਆ ਕਿ ਇੰਟਰਸਟ ਰੇਟ ਤਾਂ ਵਧਣੇ ਹੀ ਵਧਣੇ ਆ, ਪਰ ਉਸ ਹੱਦ ਤਾਈਂ ਨਹੀਂ ਜਾਣਗੇ ਜਿਹਦੇ ਵਿੱਚ 1980 1981 ਜੋ ਗਏ ਸੀ। ਪਰ ਨਾਲ ਦੀ ਨਾਲ ਸਾਰੇ ਇਕੋਨਮਿਸਟ ਸਾਰੀ ਜਗ੍ਹਾ ਤੇ ਇਹ ਕਹਿ ਰਹੇ ਕਿ ਜੇ ਤੁਸੀਂ ਸਪਲਾਈ ਨਹੀਂ ਵਧਾਉਂਦੇ ਤਾਂ ਡਿਮਾਂਡ ਜਿਹੜੀ ਆ ਇਹਨੂੰ ਪੂਰੀ ਨਹੀਂ ਕਰਦੇ ਤੁਸੀਂ, ਤੇ ਇਹਦੀਆਂ ਕੀਮਤਾਂ ਵਧਣੀਆਂ, ਭਾਵੇਂ ਇੰਟਰਸਟ ਰੇਟ ਵਧਾਈ ਵੀ ਚੱਲੋ ਤੁਸੀਂ, ਵਿਆਜ ਵਧਣ ਕਰਕੇ ਵੀ ਫੇਰ ਵੀ ਲੋਕੀ ਲਈ ਜਾਂਦੇ। ਉਹਨਾਂ ਨੂੰ ਫਿਕਰ ਪਿਆ ਆ ਪਿਛਲੇ ਸਾਲ ਨਾਲੋਂ ਸੈਟਲ ਦੇ ਏਰੀਏ 'ਚ ਇਸ ਸਾਲ 25% ਕੀਮਤਾਂ ਤਾਂ ਹੈ। ਹਾਂਜੀ, ਤਾਂ 25% ਹੁਣ ਇੱਕ ਬੰਦੇ ਨੇ ਪੈਸੇ ਜੋੜਨੇ ਕਿੱਥੋਂ ਹੁੰਦੇ? ਜੋੜਨੇ ਪੈਸੇ ਬੜੇ ਔਖੇ, ਬਹੁਤ, ਜਿੰਨੇ ਮਰਜ਼ੀ ਤਨਖਾਹ ਲਈ ਚੱਲੋ। ਤੇ ਇਹਦੇ ਵਿੱਚ ਇਕੋਨਮੀ ਦਾ ਵੱਡਾ ਘਾਟਾ ਤਾਂ ਜੋ ਬਾਈਡਨ ਤੇ ਇਹਨਾਂ ਦੀ ਡੈਮੋਕ੍ਰੈਟਿਕ ਪਾਰਟੀ ਨੂੰ ਪੈਣਾ, ਉਹਨਾਂ ਦੀਆਂ ਸੀਟਾਂ ਘਟਣੀਆਂ, ਇਸੇ ਕਰਕੇ ਉਹ ਐਕਟਿਵ ਹੋਏ ਆ ਹੁਣ ਰਿਪਬਲਿਕਨ ਵਾਲੇ। ਉਹ ਹੋਰ ਕਿਸੇ ਗੱਲ ਦੀ ਉਹ ਨਹੀਂ ਯੂਕਰੇਨ ਦੀ ਗੱਲ ਕਰਦੇ, ਉਹ ਗੱਲ ਕਰਦੇ ਆ ਸਿਰਫ ਤੇ ਸਿਰਫ ਮਹਿੰਗਾਈ ਦੀ। ਹਾਂਜੀ, ਉਹ ਕਰਦੇ ਆ ਬਾਈਡਨ ਇਨਫਲੇਸ਼ਨ। ਹਾਂਜੀ, ਆ ਟਰਮ ਉਹਨਾਂ ਨੇ ਯੂਜ਼ ਕੀਤੀ ਆ, ਘਰ ਦੇ ਵਿੱਚ ਯੂਜ਼ ਕਰਨ ਲਾਤਾ ਉਹਨਾਂ ਨੇ ਲੋਕਾਂ ਨੂੰ। ਹਾਂਜੀ, ਵੀ ਵੈਸੇ ਤਾਂ ਬਾਈਡਨ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ, ਪਰ ਜਦੋਂ ਤੁਸੀਂ ਕਹਿੰਦੇ ਹੁੰਦੇ ਆ ਚੰਗੀ ਗੱਲ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਆ ਤਾਂ ਮਾੜੀ ਦੀ ਵੀ ਤੁਹਾਡੇ ਸਿਰ ਹੀ ਪੈਣੀ ਹੈ। ਹਾਂਜੀ, ਕਿਉਂਕਿ ਉਦਾਂ ਵੈਸੇ ਡਾਕਟਰ ਸਾਹਿਬ ਕ੍ਰੈਡਿਟ ਸਾਰੇ ਲੈਣਾ ਚਾਹੁੰਦੇ ਹੁੰਦੇ ਆ, ਪਰ ਜੇ ਕੁਝ ਮਾੜੀ ਗੱਲ ਆ ਉਹ ਨਹੀਂ ਲੈਣੀ ਚਾਹੁੰਦੇ, ਉਹ ਨਹੀਂ ਕੋਈ ਵੀ ਲੈਣੀ ਚਾਹੁੰਦਾ। ਪਰ ਉਹ ਗੱਲ ਤਾਂ ਹੈਗੀ ਹੈ ਜੇ ਤੁਸੀਂ ਚੰਗੀ ਚੀਜ਼ ਦੀ ਕ੍ਰੈਡਿਟ ਲੈ ਰਹੇ ਆ, ਜੇ ਤੁਹਾਡਾ ਕੋਈ ਰੋਲ ਨਹੀਂ ਸੀ ਜੀ, ਤੇ ਫਿਰ ਮਾੜੀ ਦੀ ਵੀ ਲੈਣੀ ਪੈਣੀ ਹੈ। ਹਾਂਜੀ, ਹੁਣ ਚੰਗੀ ਚੀਜ਼ ਇਹ ਕਿਹੜੀ ਸੀ ਇਹਨਾਂ ਦੇ ਕਿ ਇੱਕਦਮ ਇਕੋਨਮੀ ਓਪਨ ਹੋਈ ਆ, ਤਾਂ ਜੌਬਸ ਵਧੀਆਂ ਇਹਨਾਂ ਦੇ ਜੀ, 6 ਮਿਲੀਅਨ ਜੌਬਸ ਵਧੀਆਂ ਪਿਛਲੇ ਸਾਲ। ਤਾਂ 6 ਮਿਲੀਅਨ ਦੀ ਉਹ ਫਿਰ ਜਦੋਂ ਯੂਨੀਅਨ ਆਫ ਸਟੇਟ ਆਫ ਯੂਨੀਅਨ ਦੀ ਐਡਰੈਸ ਕੀਤੀ ਹੈ ਇਹਨਾਂ ਨੇ ਪ੍ਰੈਜ਼ੀਡੈਂਟ ਨੇ, ਉਸ ਵੇਲੇ ਉਹਨਾਂ ਨੇ ਕਿਹਾ ਕਿ ਮੇਰਾ ਕਰਕੇ ਮੈਂ 6 ਮਿਲੀਅਨ ਜੌਬਸ ਜਿਹੜੀਆਂ ਕ੍ਰੀਏਟ ਕਰਤੀਆਂ। ਉਹ ਜਿਹੜੀਆਂ ਪਹਿਲਾਂ ਫੈਕਟਰੀਆਂ ਬੰਦ ਸੀ ਉਹ ਖੁੱਲ ਗਈਆਂ। ਹਾਂਜੀ, ਉਹ ਕ੍ਰੀਏਟ ਕਿੱਥੋਂ ਕੀਤੀਆਂ? ਸਾਰਾ ਕ੍ਰੈਡਿਟ ਲੈ ਲਿਆ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਦਾਤੀ ਦੇ ਦੰਦੇ ਦੋ ਹੀ ਪਾਸੇ ਹੁੰਦੇ। ਹਾਂਜੀ, ਇਹਨਾਂ ਦੇ ਵਿੱਚ ਇਹ ਚੰਗੀ ਗੱਲ ਹੈ ਵੀ ਇਕੋਨਮੀ ਖੁੱਲੀ ਆ, ਨਾਲ ਮਾੜੀ ਗੱਲ ਇਹ ਆ ਵੀ ਇਨਫਲੇਸ਼ਨ ਵੀ ਵਧਿਆ। ਹਾਂਜੀ, ਇੱਕਦਮ ਹੀ ਜ਼ਿਆਦਾ ਵਧਿਆ ਜੀ, ਤਾਂ ਉਹਦਾ ਵੀ ਫਿਰ ਸਿਹਰਾ ਤੁਹਾਡੇ ਸਿਰ ਹੀ ਜਾਣਾ ਜੀ। ਜੇ ਤੁਸੀਂ ਕ੍ਰੈਡਿਟ ਲੈ ਲਈ ਹੈ ਤਾਂ ਕ੍ਰੈਡਿਟ ਫਿਰ ਇਹਦੀ ਵੀ ਲੈਣੀ ਪੈਣੀ ਹੈ ਜੀ। ਹੁਣ ਇਹ ਤਾਂ ਕਹਿ ਨਹੀਂ ਸਕਦੇ ਕਿ ਹਾਂ ਠੀਕ ਹੈ ਜੌਬਸ ਮੇਰਾ ਕਰਕੇ ਵਧੀਆਂ, ਇਨਫਲੇਸ਼ਨ ਡੋਨਲਡ ਟਰੰਪ ਦਾ ਕਰਕੇ ਵਧੀ। ਹਾਂਜੀ, ਡੋਨਲਡ ਟਰੰਪ ਤਾਂ ਸਿੱਧਾ ਹੀ ਕਹਿ ਰਿਹਾ ਕਿ ਇਸ ਬੰਦੇ ਦੀ ਕੋਈ ਪਾਲਿਸੀ ਨਹੀਂ, ਇਹ ਸੁੱਤਾ ਰਹਿੰਦਾ, ਇਹਨੂੰ ਪਤਾ ਹੀ ਨਹੀਂ ਲੱਗਦਾ, ਤੇ ਇਸ ਕਰਕੇ ਇਹਨੂੰ ਪਰੇ ਸਿੱਟੋ। 38% ਅਪਰੂਵਲ ਰੇਟਿੰਗ ਪਿਛਲੇ ਮਹੀਨੇ ਦੇ ਐਂਡ ਤੇ ਸੀ, ਹੁਣ ਮੇਰਾ ਖਿਆਲ ਲਗਾਤਾਰ ਉਹਨਾਂ ਦੀ ਘਟਣੀ ਹੈ, ਕਿਉਂਕਿ ਇਨਫਲੇਸ਼ਨ ਜਿਹੜੀ ਆ ਉਹ ਕੰਟਰੋਲ ਦੇ ਵਿੱਚ ਆ ਨਹੀਂ ਰਹੀ ਇਹਨਾਂ ਦੀ। ਹਾਂਜੀ, ਖਾਸ ਤੌਰ ਤੇ ਉਹਨਾਂ ਆਈਟਮ ਦੀ ਜਿਹੜੀ ਆਮ ਘਰਾਂ ਦੇ ਵਿੱਚ ਜ਼ਰੂਰਤ ਹੈ ਜਿਹੜੀਆਂ ਚੀਜ਼ਾਂ। ਹਾਂਜੀ, ਤੇ ਇਸ ਕਰਕੇ ਜਦੋਂ ਬੰਦਾ ਜਾਂਦਾ ਨਾ ਗਰੋਸਰੀ ਲੈਣ, ਜੇ ਉਹਨੂੰ ਲੱਗਦਾ ਕਿ ਇੱਕ ਚੀਜ਼ ਦੀ ਕੀਮਤ 20% ਵੱਧ ਗਈ ਹੈ, 15% ਵੱਧ ਗਈ ਹੈ, 25% ਵੱਧ ਗਈ, ਉਹ ਉਸੇ ਵੇਲੇ ਸੋਚ ਲੈਂਦਾ ਵੀ ਹੁਣ ਡੈਮੋਕ੍ਰੈਟਿਕ ਪਾਰਟੀ ਨੂੰ ਵੋਟ ਨਹੀਂ ਪਾਉਣੀ। ਹਾਂਜੀ, ਉਹਨੂੰ ਤੁਸੀਂ ਕੀ ਕਰੋਗੇ ਜੀ? ਬਿਲਕੁਲ ਡਾਕਟਰ ਸਾਹਿਬ, ਜਿਹੜੀ ਮਹਿੰਗਾਈ ਹੈ ਇਹਨੇ ਤਾਂ ਵੈਸੇ ਵੀ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ। ਸਾਰੇ ਲੋਕ ਤਰਾਹ ਕਰਨ ਲੱਗੇ ਹੋਏ ਆ, ਕਿਉਂਕਿ ਜੇ ਅਸੀਂ ਹੁਣ ਆਮ ਜ਼ਰੂਰਤ ਦਾ ਸਮਾਨ ਅਸੀਂ ਲੈਣ ਜਾਂਦੇ, ਸਾਡੇ ਤੋਂ ਉਹੀ ਨਹੀਂ ਅਫੋਰਡ ਹੋ ਰਿਹਾ ਹੈਗਾ, ਤਾਂ ਫਿਰ ਤੁਸੀਂ ਆਪੇ ਸੋਚੋ ਕਿ ਉਹਨਾਂ ਦੇ ਮਨ ਦੇ ਵਿੱਚ ਕੀ ਹੋਊਗਾ ਸਰਕਾਰ ਨੂੰ ਲੈ ਕੇ। ਤੇ ਹੁਣੇ ਟਾਈਮ ਹੋ ਗਿਆ ਜੀ ਅੱਜ ਦੇ ਵਿਚਾਰ ਦਾ, ਆਪਣੇ ਸਰੋਤਿਆਂ ਨਾਲ ਅੱਜ ਦਾ ਵਿਚਾਰ ਵੀ ਸਾਂਝਾ ਕਰ ਦਿਓ। ਕਹਿੰਦੇ ਹੁੰਦੇ ਵੀ ਮੂਰਖ ਨੂੰ ਸਹੀ ਜਵਾਬ ਚੁੱਪ ਰਹਿ ਕੇ ਦਿੱਤਾ ਜਾ ਸਕਦਾ। ਜੀ ਬਿਲਕੁਲ ਠੀਕ, ਤੇ ਇਸੇ ਨੋਟ ਤੇ ਅਸੀਂ ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ, ਤੁਹਾਡੀ ਫੀਡਬੈਕ ਸਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਆ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 6045929191 ਤੇ 6045929191 ਹੈ ਜੀ ਸਾਡਾ ਫੋਨ ਨੰਬਰ। ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਰੇਡੀਓ ਇੰਡੀਆ 1110 ਦੇ ਨਾਂ ਹੇਠ ਹੈ ਸਾਡਾ ਫੇਸਬੁੱਕ
पेज ते ट्विटर हैंडल @radioindia1110 ते इंस्टाग्राम भी रेडियो इंडिया 1110 ਦੇ ਨਾਂ ਹੇਠੀ ਹੈ। ਇਸ ਤੋਂ ਇਲਾਵਾ ਤੁਸੀਂ ਈਮੇਲ ਵੀ ਲਿਖ ਸਕਦੇ ਹੋ info@radioindia.ca। जी हाँ, it's info@radioindia.ca। प्रोग्राम च साथ देने ਲਈ बहुत बहुत शुक्रिया। ਤੁਹਾਡੇ ਨਾਲ ਮੁਲਾਕਾਤ ਹੋਏਗੀ ਕੱਲ ਤੇ ਕੱਲ ਨੂੰ ਆ ਫਰਾਈਡੇ ਤੇ ਡਾਕਟਰ ਸਾਹਿਬ ਕੱਲ ਨੂੰ ਕਹਾਣੀ ਵੀ ਸੁਣਾਉਣਗੇ। Have a great day.